परफैक्टली इलास्टिक डिमांड पुत्र वो है ਜਦੋਂ ਸਾਡੀ ਜਿਹੜੀ ਡਿਮਾਂਡ ਹੈ ਉਹ ਚੇਂਜ ਹੁੰਦੀ ਹੈ ਜੇਕਰ ਨੋਰਮਲ ਜੀ ਵੀ ਪ੍ਰਾਈਸ ਚੇਂਜ ਕਰ ਦਾਂਗੇ, ਬਟ ਜੇਕਰ ਅਸੀਂ ਪ੍ਰਾਈਸ ਨੂੰ ਸੇਮ ਰੱਖਦੇ ਹਾਂ, ਸੇਮ ਪ੍ਰਾਈਸ ਦੇ ਉੱਪਰ ਜਿੰਨਾ ਚਾਹੀਏ ਅਸੀਂ ਪ੍ਰੋਡਕਟ ਮਾਰਕੀਟ ਦੇ ਵਿੱਚ ਸੇਲ ਕਰ ਸਕਦੇ ਹਾਂ। ਜਿਸ ਤਰ੍ਹਾਂ ਦੀਆਂ ਡਾਇਗਰਾਮ 'ਚ ਦਿਖਾਇਆ ਗਿਆ, ਡਾਇਗਰਾਮ 'ਚ ਤੁਸੀਂ ਦੇਖੋ ਬੇਟਾ OX ਦੇ ਉੱਪਰ ਕੀ ਲਿਆ ਗਿਆ ਸਾਡੇ ਕੋਲ ਕੁਆਂਟਿਟੀ ਐਂਡ OY ਦੇ ਉੱਪਰ ਕੀ ਲਿਆ ਗਿਆ ਬੇਟਾ ਪ੍ਰਾਈਸ। ਪ੍ਰਾਈਸ ਕਿੰਨੀ ਫਿਕਸ ਕੀਤੀ ਗਈ ਹੈ 4 ਰੁਪੀज़ ਪਰ ਯੂਨਿਟ। ਤੁਸੀਂ 4 ਰੁਪੀज़ ਦੇ ਉੱਪਰ ਭਾਵੇਂ 10 ਯੂਨਿਟਸ ਸੇਲ ਕਰੋ, ਭਾਵੇਂ 20 ਯੂਨਿਟ ਸੇਲ ਕਰੋ, ਭਾਵੇਂ 30 ਯੂਨਿਟ ਸੇਲ ਕਰੋ, ਤੁਸੀਂ ਪ੍ਰਾਈਸ ਚੇਂਜ ਨਹੀਂ ਕਰ ਸਕਦੇ। ਜੇਕਰ ਇੱਥੇ ਪ੍ਰਾਈਸ ਨੂੰ ਨੋਰਮਲ ਜੀ ਵੀ ਚੇਂਜ ਕਰੋਗੇ, ਥੋੜ੍ਹਾ ਜਿਹਾ ਵੀ ਪ੍ਰਾਈਸ ਨੂੰ ਚੇਂਜ ਕਰੋਗੇ ਤਾਂ ਤੁਹਾਡੀ ਡਿਮਾਂਡ ਬੇਟੇ 0 ਹੋ ਸਕਦੀ ਹੈ। ਸੋ ਪਰਫੈਕਟਲੀ ਇਲਾਸਟਿਕ ਡਿਮਾਂਡ ਉਹ ਸਿਚੁਏਸ਼ਨ ਹੁੰਦੀ ਹੈ ਜਿਸ ਦੇ ਵਿੱਚ ਜੇਕਰ ਕੋਈ ਵੀ ਫਰਮ ਆਪਣੇ ਪ੍ਰੋਡਕਟ ਦੀ ਪ੍ਰਾਈਸ ਨੋਰਮਲ ਜੀ ਵੀ ਚੇਂਜ ਕਰਦਾ ਹੈ ਤਾਂ ਉਸ ਜਿਹੜੀ ਡਿਮਾਂਡ ਹੈ ਬੇਟੇ ਉਹ 0 ਹੋ ਸਕਦੀ ਹੈ। ਜੋ ਮਾਰਕੀਟ ਦੇ ਵਿੱਚ ਪ੍ਰਾਈਸ ਚੱਲ ਰਹੀ ਹੈ ਉਸ ਪ੍ਰਾਈਸ ਦੇ ਉੱਪਰ ਜਿੰਨਾ ਚਾਹੇ ਮਾਰਕੀਟ 'ਚ ਪ੍ਰੋਡਕਟ ਸੇਲ ਕਰ ਸਕਦਾ ਹੈ। ਇੱਕ ਕਸਟਮਰ, ਇੱਕ ਫਰਮ ਉਹ ਆਪਣੇ ਵੱਲੋਂ ਪ੍ਰਾਈਸ ਜਿਹੜੀ ਚੇਂਜ ਨਹੀਂ ਕਰ ਸਕਦਾ। ਜੋ ਪ੍ਰਾਈਸ ਚੱਲ ਰਹੀ ਹੈ ਉਸ ਦੇ ਉੱਪਰ ਜੋ ਚਾਹੇ ਮਾਰਕੀਟ ਦੇ ਵਿੱਚ ਉਹ ਸੇਲ ਕਰ ਸਕਦਾ ਹੈ। ਇਸ ਲਈ ਇਹਦੇ ਵਿੱਚ ਜਿਹੜੀ ਪ੍ਰਾਈਸ ਲਾਈਨ ਹੈ ਬੇਟੇ ਉਹ ਬਿਲਕੁਲ ਹੌਰੀਜ਼ੈਂਟਲ ਲਾਈਨ ਹੋਏਗੀ, ਲਾਈਕ ਐਸ GD ਲਾਈਨ ਇਜ਼ ਦਾ ਹੌਰੀਜ਼ੈਂਟਲ ਲਾਈਨ ਡਿਊ ਟੂ ਦਿਸ ਪ੍ਰਾਈਸ ਇਜ਼ ਕੌਨਸਟੈਂਟ ਇਨ ਦਿਸ ਕੰਡੀਸ਼ਨ। ਸੈਕਿੰਡ ਬੇਟੇ ਸਾਡੇ ਕੋਲ ਟਾਈਪ ਹੈਗੇ ਸਾਡੇ ਕੋਲ ਪਰਫੈਕਟਲੀ ਇਨਲਾਸਟਿਕ ਡਿਮਾਂਡ। ਪਰਫੈਕਟਲੀ ਇਨਲਾਸਟਿਕ ਦਾ ਮਤਲਬ ਹੁੰਦਾ ਇਨਲਾਸਟਿਕ। ਇਨਲਾਸਟਿਕ ਮੀਨਸ ਨੋ ਚੇਂਜ ਇਨ ਯੂਅਰ ਡਿਮਾਂਡ। ਪ੍ਰਾਈਸ ਚੇਂਜ ਹੋ ਸਕਦੀ ਹੈ ਬਟ ਤੁਹਾਡੀ ਡਿਮਾਂਡ ਵਿੱਚ ਚੇਂਜ ਨਹੀਂ ਹੋਏਗੀ। ਤੁਸੀਂ ਡਾਇਗਰਾਮ ਸਮਝੋ, ਡਾਇਗਰਾਮ ਦੇ ਵਿੱਚ O ਤੋਂ ਲੈ ਕੇ X ਤੱਕ ਅਸੀਂ ਕੁਆਂਟਿਟੀ ਲਈ ਹੈ, ਉਹਦੇ Y ਦੇ ਉੱਪਰ ਬੇਟਾ ਅਸੀਂ ਪ੍ਰਾਈਸ ਲਈ ਹੈ। ਪ੍ਰਾਈਸ ਸਾਡੀ 2 ਰੁਪਏ ਹੈ, ਭਾਵੇਂ 4 ਰੁਪਏ ਹੈ, ਭਾਵੇਂ 6 ਰੁਪਏ ਹੈ, ਪਰ ਸਾਡੀ ਡਿਮਾਂਡ ਬੇਟਾ 4 ਯੂਨਿਟਸ ਦੀ ਹੈ। ਨੋ ਚੇਂਜ ਇਨ ਯੂਅਰ ਡਿਮਾਂਡ। ਤੁਹਾਡੀ ਡਿਮਾਂਡ ਦੀ ਲਾਈਨ ਵਰਟੀਕਲ ਲਾਈਨ ਹੈ। ਇਹ ਕੀ ਸ਼ੋ ਕਰਦੀ ਹੈ ਯਾਦ ਰੱਖਿਓ, ਜਦੋਂ ਵਰਟੀਕਲ ਲਾਈਨ ਆਉਂਦੀ ਹੈ ਇਟ ਮੀਨ ਜੋ ਤੁਸੀਂ OX ਦੇ ਉੱਪਰ ਵੇਰੀਏਬਲ ਲਿਆ ਉਹ ਕਾਂਸਟੈਂਟ ਹੈ। ਜੇ ਤੁਹਾਡੀ ਲਾਈਨ ਹੌਰੀਜ਼ੈਂਟਲ ਹੋਵੇ, ਜਿਵੇਂ ਤੁਸੀਂ ਉੱਪਰ ਵਾਲੀ ਡਾਇਗਰਾਮ 'ਚ ਦਿਖਾਇਆ ਹੌਰੀਜ਼ੈਂਟਲ ਲਾਈਨ ਹੈ, ਇਟ ਮੀਨ ਜਿਹੜਾ OX ਦੇ ਉੱਪਰ ਤੁਸੀਂ OY ਦੇ ਉੱਪਰ ਵੇਰੀਏਬਲ ਹੈ ਤਾਂ ਉਹ ਕਾਂਸਟੈਂਟ ਹੁੰਦਾ। ਹੁਣ ਇੱਥੇ ਸਾਡੀ ਲਾਈਨ ਕਿਹੜੀ ਹੈ ਬੇਟਾ ਵਰਟੀਕਲ। ਵਰਟੀਕਲ ਲਾਈਨ DD ਲਾਈਨ ਇਜ਼ ਦਾ ਵਰਟੀਕਲ ਲਾਈਨ। ਇਹ ਕੀ ਸ਼ੋ ਕਰਦੀ ਹੈ ਯੂਅਰ ਡਿਮਾਂਡ ਇਜ਼ ਕਾਂਸਟੈਂਟ ਇਫ ਯੂਅਰ ਪ੍ਰਾਈਸ ਇਨਕਰੀਜ਼ ਟੂ rupees 4 unit to 4 rupees per unit, 4 rupees to 6 rupees per unit, but your demand is constant is 4 ਇਹ ਬੇਟੇ ਇਨਲਾਸਟਿਕ ਦਾ ਮਤਲਬ ਹੁੰਦਾ ਭਾਵੇਂ ਪ੍ਰਾਈਸ ਵਧੇ ਭਾਵੇਂ ਘਟੇ ਪਰ ਤੁਹਾਡੀ ਡਿਮਾਂਡ ਦੇ ਵਿੱਚ ਕੋਈ ਚੇਂਜ ਨਹੀਂ ਆ ਰਹੀ। ਤੁਹਾਡੀ ਡਿਮਾਂਡ ਉਹੀ ਹੈ 4 ਚੀਜ਼ਾਂ ਦੀ। ਇਹ ਜ਼ਿਆਦਾਤਰ ਕੇਸ ਕਮੋਡਿਟੀ ਦੇ ਕੇਸ ਦੇ ਵਿੱਚ ਹੁੰਦਾ ਹੈ ਜਿਹੜੀ ਸਾਡੀ ਲਾਈਫ ਦੇ ਲਈ ਨੈਸੈਸਰੀ ਗੁੱਡਸ ਨੇ, ਲਾਈਕ ਐਸ ਸਾਲਟ ਹੈ, ਲਾਈਕ ਐਸ ਨਿਊਜ਼ਪੇਪਰ ਹੈ, ਬੂਟ ਪੋਲਿਸ਼ ਹੈ। ਇਹਨਾਂ ਚੀਜ਼ਾਂ ਦੀ ਬੇਟੇ ਪ੍ਰਾਈਸ ਘਟਣ ਵਧਣ ਦੇ ਨਾਲ ਸਾਡੀ ਡਿਮਾਂਡ 'ਤੇ ਕੋਈ ਖਾਸ ਅਸਰ ਨਹੀਂ ਪੈਂਦਾ ਹੁੰਦਾ। ਪਰਫੈਕਟਲੀ ਇਨਲਾਸਟਿਕ ਦੇ ਕੇਸ ਦੇ ਵਿੱਚ ਭਾਵੇਂ ਪ੍ਰਾਈਸ ਵਧੇ ਘਟੇ ਬਟ ਨੋ ਇਫੈਕਟ ਔਨ ਯੂਅਰ ਡਿਮਾਂਡ। ਸੋ ਇਸ ਲਈ ਵਸਤੂ ਦੀ ਮੰਗ ਉਸ ਸਮੇਂ ਪੂਰਨ ਬੇਲੋਸਦਾਰ ਹੁੰਦੀ ਹੈ, ਉਸ ਸਮੇਂ ਇਨਲਾਸਟਿਕ ਹੁੰਦੀ ਹੈ। ਜਦੋਂ ਕੀਮਤ ਵਿੱਚ ਪਰਿਵਰਤਨ ਹੋਣ 'ਤੇ ਮੰਗ ਵਿੱਚ ਕੋਈ ਪਰਿਵਰਤਨ ਨਹੀਂ ਹੁੰਦਾ। ਭਾਵੇਂ ਕੀਮਤ ਤੁਹਾਡੀ ਵੱਧ ਰਹੀ ਹੈ ਭਾਵੇਂ ਘਟ ਰਹੀ ਹੈ ਪਰ ਤੁਹਾਡੀ ਡਿਮਾਂਡ ਦੇ ਵਿੱਚ ਕੋਈ ਖਾਸ ਅਸਰ ਨਹੀਂ ਹੁੰਦਾ, ਜਿਵੇਂ ਬੇਟੇ ਅਸੀਂ ਡਾਇਗਰਾਮ ਦੇ ਵਿੱਚ ਦੇਖ ਰਹੇ ਹਾਂ। ਥਰਡ ਬੇਟੇ ਆਪਣੇ ਕੋਲ ਡਾਇਗਰਾਮ ਹੈਗੀ ਇੱਥੇ ਯੂਨਿਟਰੀ ਇਲਾਸਟਿਕ ਡਿਮਾਂਡ। ਯੂਨਿਟਰੀ ਇਲਾਸਟਿਕ ਡਿਮਾਂਡ ਕੀ ਸ਼ੋ ਕਰਦੇ ਹੈ ਇਕੁਅਲ ਚੇਂਜ ਇਨ ਪ੍ਰਾਈਸ ਐਂਡ ਡਿਮਾਂਡ। ਜੇ ਤੁਹਾਡੀ ਪ੍ਰਾਈਸ ਬੇਟਾ 5% ਚੇਂਜ ਹੋ ਰਹੀ ਤਾਂ ਡਿਮਾਂਡ ਵੀ ਤੁਹਾਡੀ 5% ਹੀ ਚੇਂਜ ਹੋਵੇ। ਜੇ ਪ੍ਰਾਈਸ ਦੇ ਵਿੱਚ 5% ਦੀ ਡਿਕਰੀਜ਼ ਆਇਆ ਤਾਂ ਡਿਮਾਂਡ ਤੁਹਾਡੀ 5% ਹੀ ਵਧੂਗੀ। ਮਤਲਬ ਕਿ ਇਕੁਅਲ ਚੇਂਜ ਇਨ ਪ੍ਰਾਈਸ ਐਂਡ ਡਿਮਾਂਡ ਇਟ ਇਜ਼ ਕਾਲ ਯੂਨਿਟਰੀ ਇਲਾਸਟਿਕ ਡਿਮਾਂਡ। ਯੂਨਿਟਰੀ ਇਲਾਸਟਿਕ ਡਿਮਾਂਡ ਉਦੋਂ ਹੁੰਦੀ ਹੈ ਜਦੋਂ ਇਕੁਅਲ ਚੇਂਜ ਇਨ ਪ੍ਰਾਈਸ ਐਂਡ ਡਿਮਾਂਡ ਇਕਾਈ ਲੋਸਦਰ ਮੰਗ ਉਸ ਕੰਡੀਸ਼ਨ ਵਿੱਚ ਹੁੰਦੀ ਹੈ ਜਾਂ ਯੂਨਿਟਰੀ ਇਲਾਸਟਿਕ ਡਿਮਾਂਡ ਉਸ ਸਿਚੁਏਸ਼ਨ 'ਚ ਹੁੰਦੀ ਹੈ ਜਦੋਂ ਕਿਸੇ ਵਸਤੂ ਦੀ ਆਪਣੀ ਕੀਮਤ ਵਿੱਚ ਪਰਿਵਰਤਨ ਹੋਣ ਦੇ ਸਿੱਟੇ ਵਜੋਂ ਉਸ ਦੀ ਮੰਗ ਵਿੱਚ ਉਨਾ ਹੀ ਪਰਿਵਰਤਨ ਹੁੰਦਾ ਹੈ। ਇਕੁਅਲ ਚੇਂਜ ਇਨ ਪ੍ਰਾਈਸ ਇਕੁਅਲ ਚੇਂਜ ਇਨ ਡਿਮਾਂਡ। ਸੋ ਬੇਟੇ ਇਹਦੇ ਵਿੱਚ ਨਾ ਪ੍ਰਾਈਸ ਡਿਮਾਂਡ ਨਾਲੋਂ ਜ਼ਿਆਦਾ ਹੁੰਦੀ ਹੈ ਨਾ ਹੀ ਡਿਮਾਂਡ ਪ੍ਰਾਈਸ ਨਾਲੋਂ ਜ਼ਿਆਦਾ ਹੁੰਦੀ ਹੈ। ਇਨ ਦਿਸ ਕੇਸ ਇਕੁਅਲ ਚੇਂਜ ਇਨ ਪ੍ਰਾਈਸ ਐਂਡ ਡਿਮਾਂਡ ਆਫ ਦੀ ਕਮੋਡਿਟੀ। ਪ੍ਰਾਈਸ ਅਤੇ ਡਿਮਾਂਡ ਦੇ ਵਿੱਚ ਬੇਟਾ ਇਕੁਅਲ ਚੇਂਜ ਆਏਗੀ। ਇਟ ਇਜ਼ ਕਾਲਡ, ਦੇਖੋ ਜਿੰਨੀ ਪ੍ਰਾਈਸ ਦੇ ਵਿੱਚ ਚੇਂਜ ਆ ਰਹੀ ਹੈ ਉਨੀ ਬੇਟਾ ਡਿਮਾਂਡ ਦੇ ਵਿੱਚ ਚੇਂਜ ਆ ਰਹੀ ਹੈ। ਇਲਾਸਟਿਸਿਟੀ ਆਫ ਡਿਮਾਂਡ ਇਜ਼ ਇਕੁਅਲ ਟੂ 1। ਇਲਾਸਟਿਸਿਟੀ ਆਫ ਡਿਮਾਂਡ ਇਜ਼ ਇਕੁਅਲ ਟੂ 1 ਇਟ ਸ਼ੋਜ਼ ਦੈਟ ਇਕੁਅਲ ਚੇਂਜ ਇਨ ਪ੍ਰਾਈਸ ਐਂਡ ਇਕੁਅਲ ਚੇਂਜ ਇਨ ਡਿਮਾਂਡ ਆਫ ਦੀ ਕਮੋਡਿਟੀ। ਸੋ ਇਸ ਤੋਂ ਸਾਨੂੰ ਕੀ ਪਤਾ ਲੱਗ ਜਾਂਦਾ ਵੀ ਇਟ ਇਜ਼ ਕਾਲਡ ਯੂਨਿਟਰੀ ਇਲਾਸਟਿਕ ਡਿਮਾਂਡ ਉਦੋਂ ਹੁੰਦੀ ਹੈ ਜਦੋਂ ਪ੍ਰਾਈਸ ਔਰ ਡਿਮਾਂਡ ਦੇ ਵਿੱਚ ਜਿਹੜੀ ਚੇਂਜ ਹੈ ਉਹ ਸੇਮ ਰੇਸ਼ੋ ਦੇ ਵਿੱਚ ਚੇਂਜ ਆਉਂਦੀ ਹੈ। ਹਾਂਜੀ ਥਰਡ ਬੇਟੇ ਆਪਣੇ ਕੋਲ ਗ੍ਰੇਟਰ ਦੈਨ ਯੂਨਿਟਰੀ। ਇਹਦੇ ਵਿੱਚ ਗ੍ਰੇਟਰ ਦੈਨ ਯੂਨਿਟਰੀ ਦੇ ਵਿੱਚ ਅਸੀਂ ਕੀ ਦੇਖ ਰਹੇ ਹਾਂ, ਜੇਕਰ ਉਹਦੇ ਪ੍ਰਾਈਸ ਦੇ ਵਿੱਚ ਬੇਟਾ ਗ੍ਰੇਟਰ ਦੈਨ ਯੂਨਿਟਰੀ ਦੇ ਵਿੱਚ ਪ੍ਰਾਈਸ ਦੇ ਵਿੱਚ 10% ਦੀ ਚੇਂਜ ਹੈ ਤਾਂ ਡਿਮਾਂਡ ਦੇ ਵਿੱਚ ਉਸ ਦੇ ਨਾਲ ਡਬਲ ਟ੍ਰਿਪਲ ਉਸ ਨਾਲ ਜ਼ਿਆਦਾ ਚੇਂਜ ਆਏਗੀ। ਜੀ ਮਤਲਬ ਤੁਹਾਡੀ ਪ੍ਰਾਈਸ 10% ਚੇਂਜ ਹੋ ਰਹੀ ਹੈ ਤਾਂ ਤੁਹਾਡੀ ਡਿਮਾਂਡ ਹੋ ਸਕਦਾ ਤੇ 20%, 25%, 30%, 40% ਚੇਂਜ ਆ ਜਾਏ।
ਸੋ ਗ੍ਰੇਟਰ ਦੈਨ ਯੂਨਿਟਰੀ ਦੇ ਵਿੱਚ ਪ੍ਰਾਈਸ ਦੇ ਨਾਲੋਂ ਡਿਮਾਂਡ ਵਿੱਚ ਜ਼ਿਆਦਾ ਚੇਂਜ ਆਉਂਦੀ ਹੈ ਬੇਟੇ। ਜਿਵੇਂ ਤੁਸੀਂ ਡਾਇਗਰਾਮ 'ਚ ਦੇਖ ਰਹੇ ਹੋ, ਇਹ ਸਾਡੀ ਪ੍ਰਾਈਸ ਸਭ ਤੋਂ ਪਹਿਲਾਂ ਸਾਡੀ ਜਿਹੜੀ ਪ੍ਰਾਈਸ ਹੈ ਬੇਟੇ O ਤੋਂ ਲੈ ਕੇ P ਤੱਕ ਹੈ। ਜਿਹੜੀ ਸਾਡੀ ਡਿਮਾਂਡ ਹੈ ਫਿਰ O ਤੋਂ ਲੈ ਕੇ B ਤੱਕ ਹੈ। ਜੇ ਸਾਡੀ ਪ੍ਰਾਈਸ ਘਟ ਕੇ P ਤੋਂ P1 ਆਉਂਦੀ ਹੈ ਤਾਂ ਸਾਡੀ ਡਿਮਾਂਡ ਵੱਧ ਕੇ B ਤੋਂ C ਤੇ ਚਲੀ ਜਾਂਦੀ ਹੈ। ਤੁਸੀਂ ਦੇਖ ਰਹੇ ਹੋ ਜਿਹੜਾ P ਤੋਂ P1 ਦੇ ਵਿੱਚ ਜਿਹੜੀ ਚੇਂਜ ਹੈ ਗੈਪ ਹੈ ਥੋੜ੍ਹਾ ਹੈ, ਲੇਕਿਨ ਜਿਹੜਾ ਡਿਮਾਂਡ ਦੇ ਵਿੱਚ ਚੇਂਜ ਹੈ ਉਹ ਜ਼ਿਆਦਾ ਹੈ ਬੇਟੇ। ਡਾਇਗਰਾਮ ਦੀ ਵੀ ਸ਼ੋਅ ਕਰ ਰਹੀ ਹੈ ਪ੍ਰਾਈਸ ਦੇ ਵਿੱਚ ਚੇਂਜ ਹੈ ਜਿਹੜੀ ਮੰਨ ਲਓ 10% ਦੀ ਚੇਂਜ ਹੈ, ਜਿਹੜੀ ਡਿਮਾਂਡ ਹੈ ਬੇਟੇ ਮੰਨ ਲਓ ਉਹਦੇ ਵਿੱਚ 20% ਦੀ ਚੇਂਜ ਹੈ। ਇਟ ਇਜ਼ ਕਾਲਡ ਗ੍ਰੇਟਰ ਦੈਨ ਯੂਨਿਟਰੀ ਇਲਾਸਟਿਕ ਡਿਮਾਂਡ। ਇਸ ਕੰਡੀਸ਼ਨ ਦੇ ਵਿੱਚ ਜਿਹੜੀ ਸਾਡੀ ਡਿਮਾਂਡ ਹੈ ਉਹ ਗ੍ਰੇਟਰ ਦੈਨ ਯੂਨਿਟਰੀ ਹੋਏਗੀ। ਸਾਡੀ ਡਿਮਾਂਡ ਸਾਡੀ ਜ਼ਰੂਰਤ ਦੇ ਨਾਲੋਂ ज़्यादा चेंज आएगी। सो ग्रेटर यूनिटरी इलास्टिक डिमांड उस कंडीशन होती है जिस विच कमोडिटी की अपनी कीमत विच परिवर्तन होने के सिट्टे वजों वस्तु की मंग विच मीनस कमोडिटी की अपनी प्राइस भी चेंज होता है, डिमांड विच पर चेंजिस तो आती है पर कीमत ने घट आती है, वस्तु की कीमत कुल खर्च बढ़ जाता। सो बस ये अपनी वर्डिंग च लिखना बेटे भी ग्रेटर दैन यूनिटरी इलास्टिक डिमांड वो कंडीशन होती है जो प्राइस के विच चेंज आएगी पर डिमांड के विच प्राइस के नालों ज़्यादा चेंज आएगी। डबल भी हो सकती है बट आप ये नहीं कह सकते डबल ही आएगी, वो ट्रिपल चेंज भी आ सकती है, और उसके 4 गुना 5 गुना 10 गुना 20 गुना भी ज़्यादा चेंज आ सकती है। मतलब याद रखना है प्राइस के नालों डिमांड में चेंज ज़्यादा होएगी, वो डबल भी हो सकती है बेटे, कितनी भी हो सकती है। फिर अगे आगे पता अपने को लैस दैन यूनिटरी इलास्टिक डिमांड। हुण लैस दैन यूनिटरी इलास्टिक डिमांड किहड़ी हुंदी है जिहदे प्राइस विच ज़्यादा उहदे नाल उल्टा डिमांड विच घट। हुण तुसीं ये डायग्राम देखो बच्चे, डायग्राम के विच सब तो पहला साडी प्राइस O तो लैके B तक है तो साडी डिमांड O तो लैके B तक है। प्राइस साडी घट के मित्र की रह गई, प्राइस साडी P1 तक आ गई। साडी डिमांड देखो प्राइस के विच कितनी ज़्यादा चेंज आई है, प्राइस का जिहड़ा गैप है बेटे कितना ज़्यादा हैगा ना, तो डिमांड का जिहड़ा गैप है बिल्कुल नॉर्मल जा बिल्कुल ना मात्र जा गैप है। इस तो की क्लीयर हो जाता है भी लैस दैन यूनिटरी डिमांड साडी उस कंडीशन दे विच होएगी जो प्राइस के विच ज़्यादा चेंज आएगी और डिमांड के विच घट चेंज आएगी। इनू की बोलांगे पुत्तर असीं लैस दैन यूनिटरी इलास्टिक डिमांड। इस कंडीशन दे विच जिहड़ी साडी डिमांड है वो चेंज तो होंदी है पर प्राइस के नालों घट चेंज होंदी है। सो बेटे 5 डिग्रीज़ ने जिहड़ियां तुसीं अच्छे तरीके दे नाल करनियां।